So students, here in this session we are going to discuss very important topic, that is polymerase chain reaction, PCR. What PCR stands for? PCR stands for polymerase chain reaction, right? And what is the use of PCR? It is used to amplify the gene. Before discussing polymerase chain reaction, beta, ਪਹਿਲਾਂ ਆਪਾਂ ਕਰ ਕੀ ਰਹੇ ਹਾਂ, ਜਿਹਦੇ ਵਿੱਚ PCR ਉਹਦਾ ਇੱਕ ਪਾਰਟ ਹੈ। ਆਪਾਂ ਕਰ ਰਹੇ ਹਾਂ ਪ੍ਰੋਸੈਸ ਆਫ ਰੀਕੋਂਬੀਨੈਂਟ DNA ਟੈਕਨੋਲੋਜੀ। ਆਪਾਂ ਕੀ ਕਰ ਰਹੇ ਹਾਂ? ਪ੍ਰੋਸੈਸ ਆਫ ਰੀਕੋਂਬੀਨੈਂਟ DNA ਟੈਕਨੋਲੋਜੀ। ਸੋ ਕੀ ਹੁੰਦਾ ਬੇਟਾ DNA ਟੈਕਨੋਲੋਜੀ ਦੇ ਪ੍ਰੋਸੈਸ 'ਚ? ਕੁਝ ਸਟੈਪ ਸੀ, ਕੁਝ ਸਟੈਪ ਆਪਾਂ ਆਲਰੇਡੀ ਲਾਸਟ ਵੀਡੀਓ 'ਚ ਡਿਸਕਸ ਕਰ ਚੁੱਕੇ ਹਾਂ। ਇਸ ਸਟੈਪ ਦੇ ਵਿੱਚ ਅਸੀਂ 4th ਨੰਬਰ ਸਟੈਪ ਪੜਾਂਗੇ, ਦੈਟ ਇਜ਼ ਐਂਪਲੀਫਿਕੇਸ਼ਨ, ਇਸ ਵੀਡੀਓ ਦੇ ਵਿੱਚ, ਰਾਈਟ। ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ? DNA ਨੂੰ ਆਈਸੋਲੇਟ ਕਰਦੇ ਹਾਂ, ਜਿਹੜੇ ਵੀ ਸੈੱਲ 'ਚੋਂ ਕਰਨਾ, ਵੈਦਰ ਉਹ ਬੈਕਟੀਰੀਅਲ ਸੈੱਲ ਵੀ ਹੋ ਸਕਦਾ ਹੈ, ਪਲਾਂਟ ਸੈੱਲ ਵੀ ਹੋ ਸਕਦਾ, ਫੰਗਸ ਵੀ ਹੋ ਸਕਦਾ, ਈਕੋਲਾਈ ਵੀ ਹੋ ਸਕਦਾ, ਰਾਈਟ। ਫਿਰ ਅਸੀਂ ਇਸ DNA ਨੂੰ ਕੱਟਦੇ ਹਾਂ, ਕਟਿੰਗ ਕਰਦੇ ਹਾਂ ਵਿਦ ਦ ਹੈਲਪ ਆਫ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ। ਉਹਦੀ ਫਰੈਗਮੈਂਟਸ ਬਣ ਜਾਂਦੀਆਂ ਨੇ ਛੋਟੀਆਂ ਛੋਟੀਆਂ। ਦੈਨ ਵੀ ਸੈਪਰੇਟ ਦੋਜ਼ ਫਰੈਗਮੈਂਟਸ then we separate those small fragments by using a technique called as gel electrophoresis, right? In our last session we have already discussed gel electrophoresis in detail, right? beta agar gel electrophoresis ਜਿੱਦਾਂ ਹੁਣ ਆਪਾਂ ਇਸ ਪ੍ਰੋਸੈਸ ਦੇ ਵਿੱਚ DNA ਦੀਆਂ ਫਰੈਗਮੈਂਟ ਨੂੰ ਸੈਪਰੇਟ ਕਰਨ ਲਈ ਯੂਜ਼ ਕਰਦੇ ਹਾਂ, then it is called as, then the process is called as southern blotting। ਅਗਰ ਇਹੀ ਜੈਲ ਇਲੈਕਟ੍ਰੋਫੋਰੈਸਿਸ ਨੂੰ ਅਸੀਂ RNA ਦੀਆਂ ਫਰੈਗਮੈਂਟਸ ਨੂੰ ਸੈਪਰੇਟ ਕਰਨ ਲਈ ਯੂਜ਼ ਕਰੀਏ, ਦੈਨ ਇਟ ਇਜ਼ ਕਾਲਡ ਐਜ਼ ਨਰਦਰਨ ਬਲੌਟਿੰਗ। ਔਰ ਅਗਰ ਅਸੀਂ ਇਹਨੂੰ ਪ੍ਰੋਟੀਨਸ ਲਈ ਯੂਜ਼ ਕਰੀਏ ਤਾਂ ਇਟ ਇਜ਼ ਕਾਲਡ ਐਜ਼ ਵੈਸਟਰਨ ਬਲੌਟਿੰਗ। ਮੀਨਸ ਟੈਕਨੀਕ ਇਜ਼ ਸੇਮ, ਬਟ ਇਫ ਵੀ ਯੂਜ਼ ਦਿਸ ਟੈਕਨੀਕ ਟੂ ਸੈਪਰੇਟ ਦ DNA ਫਰੈਗਮੈਂਟਸ, ਦੈਨ ਉਹਦਾ ਨੇਮ ਅਲੱਗ ਹੈ, ਸਦਰਨ ਬਲੌਟਿੰਗ ਹੈ। ਅਗਰ RNA ਫਿਰ ਨਰਦਰਨ ਬਲੌਟਿੰਗ, ਅਗਰ ਪ੍ਰੋਟੀਨਸ ਹੈ ਤੇ ਵੈਸਟਰਨ ਬਲੌਟਿੰਗ। ਸੋ ਆਪਾਂ ਬੇਟਾ ਕੀ ਕੀਤਾ? DNA ਨੂੰ ਲਿਆ, ਆਈਸੋਲੇਟ ਕੀਤਾ, ਉਹਨੂੰ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਦੀ ਐਂਜ਼ਾਈਮਸ ਦੀ ਮਦਦ ਨਾਲ ਕੱਟ ਕੀਤਾ, ਦੈਨ ਵੀ ਸੈਪਰੇਟ ਦੋਜ਼ ਫਰੈਗਮੈਂਟਸ। ਫਿਰ ਉਹਨਾਂ ਜਿਹੜੀਆਂ ਸੈਪਰੇਟ ਹੋਈਆਂ ਬੇਟਾ ਫਰੈਗਮੈਂਟਸ, ਉਹਨਾਂ ਵਿੱਚੋਂ ਜਿਹੜੀ ਡਿਜ਼ਾਇਰਡ DNA ਫਰੈਗਮੈਂਟ ਹੈ ਅਸੀਂ ਉਹਨੂੰ ਲੈਂਦੇ ਹਾਂ ਅਤੇ ਵੈਕਟਰ ਦੇ ਵਿੱਚ ਇਨਸਰਟ ਕਰਵਾ ਦਿੰਦੇ ਹਾਂ। ਸੋ ਵੈਕਟਰ ਪਲੱਸ ਡਿਜ਼ਾਇਰਡ DNA ਫਰੈਗਮੈਂਟਸ ਕੀ ਬਣ ਜਾਂਦਾ? ਰੀਕੋਂਬੀਨੈਂਟ DNA। ਹੁਣ ਜਿਹੜਾ ਜੀਨ ਆਫ ਇੰਟਰਸਟ ਹੈ ਜਾਂ ਜਿਹੜਾ ਰੀਕੋਂਬੀਨੈਂਟ ਹੈ DNA, ਹੁਣ ਉਹਦੀ ਅਸੀਂ ਐਂਪਲੀਫਿਕੇਸ਼ਨ ਕਰਾਉਣੀ ਹੈ। ਵਾਟ ਇਜ਼ ਦ ਮੀਨਿੰਗ ਆਫ ਦ ਟਰਮ ਐਂਪਲੀਫਿਕੇਸ਼ਨ? ਉਹਦੀਆਂ ਹੋਰ ਕਾਪੀਜ਼ ਬਣਾਉਣੇ, ਉਹਦੀ ਕੁਆਂਟਿਟੀ ਨੂੰ ਇਨਕਰੀਜ਼ ਕਰਨਾ। ਦੇਖੋ ਬੇਟਾ, ਲੈਟ ਅਸ ਸਪੋਜ਼ ਇੱਕ ਕ੍ਰਾਈਮ ਸੀਨ ਹੈ, ਠੀਕ ਹੈ ਜੀ, ਜਿੱਥੇ ਕੋਈ ਕ੍ਰਾਈਮ ਹੋਇਆ, ਉੱਥੇ ਬਲੱਡ ਦੇ ਸਪੌਟਸ ਮਿਲੇ, ਰਾਈਟ। ਹੁਣ ਬਲੱਡ ਦੇ ਵਿੱਚ ਰੈੱਡ ਬਲੱਡ ਸੈੱਲਸ ਵੀ ਹੁੰਦੇ ਨੇ, ਵਾਈਟ ਬਲੱਡ ਸੈੱਲਸ ਵੀ ਹੁੰਦੇ ਨੇ, ਪਲੇਟਲੈਟਸ ਵੀ ਹੁੰਦੇ ਨੇ, ਬਟ ਤੁਹਾਨੂੰ DNA ਕਿਹਦੇ ਵਿੱਚੋਂ ਮਿਲਣਾ? WBCs ਚੋਂ। ਬਿਕੋਜ਼ RNA ਐਜ਼ ਵੈਲ ਐਜ਼ ਪਲੇਟਲੈਟਸ ਦੇ ਡੂ ਨਾਟ ਕੰਟੇਨ ਨਿਊਕਲੀਅਸ। ਸੋ ਤੁਹਾਨੂੰ DNA ਕਿਹਦੇ ਚੋਂ ਮਿਲੇਗਾ? WBC। ਹੁਣ WBCs ਤਾਂ ਘੱਟ ਹੀ ਹੁੰਦੇ ਆ, ਤਾਂ ਫਿਰ ਇਹਦਾ ਮਤਲਬ ਬਹੁਤ ਥੋੜ੍ਹੀ ਕੁਆਂਟਿਟੀ ਆਫ DNA ਤੁਹਾਨੂੰ ਉਸ ਕ੍ਰਾਈਮ ਸੀਨ ਚੋਂ ਮਿਲੇਗਾ ਟੈਸਟ ਕਰਨ ਲਈ, ਐਜ਼ ਅ ਕਲੂ। ਪ੍ਰੋਬਲਮ ਇਜ਼, ਅਗਰ ਐਕਸਪੈਰੀਮੈਂਟ ਕਰਦੇ ਕਰਦੇ ਕੋਈ ਗਲਤੀ ਹੋ ਜਾਂਦੀ ਹੈ, ਕੋਈ ਪ੍ਰੋਬਲਮ ਆ ਜਾਂਦੀ, ਵੀ ਨੀਡ ਮੋਰ DNA, ਉਹ ਤੁਹਾਨੂੰ ਅਵੇਲੇਬਲ ਹੀ ਨਹੀਂ, ਉੱਥੇ ਤਾਂ ਪ੍ਰੋਬਲਮ ਖੜੀ ਹੋ ਜਾਏਗੀ। ਸੋ ਇੰਨੀ ਥੋੜ੍ਹੀ ਕੁਆਂਟਿਟੀ ਦੇ ਨਾਲ ਟੈਸਟਿੰਗ ਕਰਨਾ ਇਜ਼ ਡਿਫੀਕਲਟ। ਸੋ ਪਹਿਲਾਂ ਉਹ ਜਿਹੜਾ DNA ਉਹਦੀ ਕੀ ਕੀਤੀ ਜਾਂਦੀ ਹੈ? ਐਂਪਲੀਫਿਕੇਸ਼ਨ, ਉਹਦੀ ਕੁਆਂਟਿਟੀ ਨੂੰ, ਉਹਦੇ ਨੰਬਰ ਨੂੰ ਵਧਾਇਆ ਜਾਂਦਾ ਹੈ। ਸੋ ਅਸੀਂ ਅੱਜ ਇਨ ਡੀਟੇਲ ਇਹੀ ਪੜ੍ਹਨਾ ਕਿ ਹਾਊ ਟੂ ਐਂਪਲੀਫਾਈ ਦਾ ਜੀਨ ਆਫ ਇੰਟਰਸਟ ਔਰ ਹਾਊ ਟੂ ਐਂਪਲੀਫਾਈ ਦਾ DNA, ਰਾਈਟ। ਆਫਟਰ ਦੈਟ ਜਦੋਂ ਅਸੀਂ PCR ਪੜ੍ਹ ਚੁੱਕੇ ਹੋਵਾਂਗੇ, ਫਿਰ ਕੀ ਹੋਏਗਾ? ਜਿਹੜਾ ਉਹ ਤੁਸੀਂ ਜਿਸ ਜੀਨ ਆਫ ਇੰਟਰਸਟ ਨੂੰ ਜਾਂ DNA ਦੇ ਸੈਗਮੈਂਟ ਨੂੰ ਐਂਪਲੀਫਾਈ ਕੀਤਾ, ਅਸੀਂ ਉਹਨੂੰ ਜਾਂ ਫਿਰ ਵਿਦ ਵੈਕਟਰ ਰੀਕੋਂਬੀਨੈਂਟ DNA ਕਹਿ ਲਓ, ਉਹਨੂੰ ਅਸੀਂ ਹੋਸਟ ਵਿੱਚ ਇੰਟਰੋਡਿਊਸ ਕਰਾਵਾਂਗੇ। ਹੋਸਟ ਵਿੱਚ ਜਾ ਕੇ ਉਹ ਰੀਕੋਂਬੀਨੈਂਟ DNA ਐਕਸਪ੍ਰੈਸ ਕਰੇਗਾ, ਪ੍ਰੋਡਕਟ ਬਣਾਏਗਾ, ਅਤੇ ਡਾਊਨ ਸਟਰੀਮਿੰਗ ਦੇ ਵਿੱਚ ਅਸੀਂ ਇਸ ਪ੍ਰੋਡਕਟ ਨੂੰ ਨਿਕਾਲਾਂਗੇ, ਠੀਕ ਹੈ ਜੀ। ਇਹ ਪ੍ਰੋਡਕਟ ਨੂੰ ਆਈਸੋਲੇਟ ਕਰਾਂਗੇ ਐਂਡ ਦੈਨ ਕਮਰਸ਼ੀਅਲਾਈਜ਼ ਲਈ ਪ੍ਰੀਪੇਅਰ ਕਰਾਂਗੇ। ਸੋ ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਇਹ 4th ਸਟੈਪ, ਦੈਟ ਇਜ਼ ਐਂਪਲੀਫਿਕੇਸ਼ਨ ਆਫ ਜੀਨ ਆਫ ਇੰਟਰਸਟ ਯੂਜ਼ਿੰਗ PCR, ਅੱਜ ਅਸੀਂ ਉਹ ਪੜ੍ਹਨ ਜਾ ਰਹੇ ਹਾਂ, ਠੀਕ ਹੈ ਜੀ। ਸੋ PCR ਸਟੈਂਡਸ ਫॉर polymerase chain reaction, and other thing beta, it was discovered or invented by Kary Mullis in 1985, ठीक है जी। PCR रिएक्शन ਦੇ ਵਿੱਚ ਮਲਟੀਪਲ ਮਤਲਬ ਕਿ ਬਿਲੀਅਨਸ ਆਫ ਕਾਪੀਜ਼ ਬਣਦੀਆਂ ਬੇਟਾ ਇਨ ਵਿਟਰੋ। ਇਨ ਵਿਟਰੋ ਦਾ ਮਤਲਬ ਕੀ ਹੁੰਦਾ? ਇਨ ਦ ਲੈਬੋਰੇਟਰੀ, ਰਾਈਟ।
ਐਂਡ ਫॉर ਦਿਸ ਕੈਰੀ ਮੁਲਿਸ ਨੂੰ 1993 ਦੇ ਵਿੱਚ he was awarded with the Nobel Prize and he shared that Nobel Prize with Michael Smith, right? So ਹੁਣ ਪੂਰੇ PCR ਦੇ ਪ੍ਰੋਸੈਸ ਦੇ ਵਿੱਚ ਬੇਟਾ ਚੱਲਦਾ ਕੀ ਅਸੀਂ ਉਹ ਡਿਸਕਸ ਕਰਨਾ ਹੈ। PCR is a 3 step process ਬੱਚਾ। ਜੋ ਅਸੀਂ PCR ਨੂੰ ਸਟੱਡੀ ਕਰਨ ਜਾ ਰਹੇ ਹਾਂ ਮੈਕੈਨਿਜ਼ਮ ਆਫ PCR, ਮੈਂ ਆਈ ਸ਼ੋ ਯੂ ਦ ਡਾਇਗਰਾਮ ਆਫ PCR ਕਿ ਕਿਵੇਂ ਚੱਲਦੀ ਹੈ ਪੋਲੀਮਰੇਜ਼ ਚੇਨ ਰਿਐਕਸ਼ਨ। ਸੋ ਬੇਸਿਕਲੀ ਬੇਟਾ PCR ਦੇ ਵਿੱਚ ਸਾਡੇ ਕੋਲ 3 ਸਟੈਪ ਪ੍ਰੋਸੈਸ ਚੱਲਦਾ ਹੈ। ਨੰਬਰ 1 ਇਜ਼ denaturation, second step is annealing, third step is extension. So what is denaturation, right? ਬੇਟਾ ਸੀ ਜਿਹੜੀ ਅਸੀਂ DNA ਦੀ ਫਰੈਗਮੈਂਟ ਆਈਸੋਲੇਟ ਕੀਤੀ ਹੈ, ਰਾਈਟ, that DNA is double stranded. ਸੋ ਜਦੋਂ DNA ਦੇ ਦੋਨਾਂ ਸਟ੍ਰੈਂਡਸ ਦੀ ਕਾਪੀ ਬਣਦੀ ਹੈ, ਅਸੀਂ ਮੋਲੈਕੂਲਰ ਬੇਸਿਸ ਆਫ ਇਨਹੈਰੀਟੈਂਸ 'ਚ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਜਦੋਂ ਰੈਪਲੀਕੇਸ਼ਨ ਹੁੰਦੀ ਹੈ the two strands has to be separated. ਸੋ ਡੀਨੈਚੁਰੇਸ਼ਨ ਕੀ ਹੈ, ਅਸੀਂ ਦੋਨਾਂ ਸਟ੍ਰੈਂਡਸ ਨੂੰ ਸੈਪਰੇਟ ਕਰਨਾ ਹੈ ਐਂਡ ਫॉर दैट ਹਾਈ ਟੈਂਪਰੇਚਰ ਇਜ਼ ਰਿਕੁਆਇਰਡ। ਕਿੰਨਾ ਹਾਈ ਟੈਂਪਰੇਚਰ ਰਿਕੁਆਇਰਡ? ਅਬਾਊਟ 94 to 96 ਡਿਗਰੀ ਸੈਲਸੀਅਸ, ਰਾਈਟ। ਇੰਨਾ ਹਾਈ ਟੈਂਪਰੇਚਰ ਦੇਣ ਤੋਂ ਬਾਅਦ the two strands of DNA separate. Why? Because ਜਿਹੜੇ ਦੋ strands ਹੁੰਦੇ ਨੇ ਬੇਟਾ ਉਹਨਾਂ ਦੇ ਵਿੱਚ ਹਾਈਡਰੋਜਨ ਬੌਂਡਸ ਹੁੰਦੇ ਆ। at high temperature those hydrogen bonds broke, right? ਜਦੋਂ ਟੁੱਟ ਜਾਂਦੇ ਨੇ ਤਾਂ two strands separate. Step number 2, that is annealing. ਅਸੀਂ already replication ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਜਦੋਂ ਇੱਕ DNA ਦੇ ਸਟ੍ਰੈਂਡ 'ਚੋਂ ਦੂਜਾ ਸਟ੍ਰੈਂਡ ਬਣਨਾ ਹੈ, ਰਾਈਟ, ਤਾਂ ਪ੍ਰਾਈਮਰ ਚਾਹੀਦੇ ਹੁੰਦੇ ਨੇ। ਸੋ ਵਾਟ ਆਰ ਪ੍ਰਾਈਮਰਸ? ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ ਪ੍ਰਾਈਮਰਸ ਇੱਕ ਸ਼ਾਰਟ ਸੈਗਮੈਂਟ ਆਫ RNA ਹੈ ਦੈਟ ਇਜ਼ ਮੇਡ ਅਪ ਆਫ ਰਾਈਬੋਨਿਊਕਲੀਓਟਾਈਡਸ। ਇਹ DNA ਦਾ ਨਹੀਂ ਹੁੰਦਾ, RNA ਦਾ ਹੁੰਦਾ। ਐਂਡ ਇੱਥੇ ਇੱਕ ਇੰਪੋਰਟੈਂਟ ਗੱਲ ਅਸੀਂ ਧਿਆਨ 'ਚ ਰੱਖਣੀ ਹੈ, ਜਦੋਂ ਵੀ ਨੈਚੁਰਲੀ ਪ੍ਰਾਈਮਰਸ ਲੱਗਦੇ ਨੇ, ਯਾਦ ਰੱਖਣਾ, ਠੀਕ ਹੈ ਜੀ। ਦੋ DNA ਦੇ ਸਟ੍ਰੈਂਡਸ ਨੇ ਸਪੋਜ਼, ਠੀਕ ਹੈ ਜੀ, 2 strands of DNA are there, 3' and 5' and 5' and 3' end। ਯਾਦ ਰੱਖਣਾ ਜਿਹੜਾ ਪ੍ਰਾਈਮਰ ਲੱਗੇਗਾ ਉਹ 3' ਵਾਲੀ ਸਾਈਡ ਤੇ ਲੱਗੇਗਾ, ਮੀਨਸ ਇਹ ਪ੍ਰਾਈਮਰ ਦੀ 5' ਹੋ ਜਾਏਗੀ ਐਂਡ ਦਿਸ ਇਜ਼ ਦ 3' end, 3' ਹਾਈਡਰੋਕਸਿਲ ਐਂਡ। ਅਗਰ ਇਸ ਸਟ੍ਰੈਂਡ ਤੇ ਪ੍ਰਾਈਮਰ ਲੱਗਣਾ ਓਬਵੀਅਸਲੀ ਇਹਦਾ ਵੀ 3 strand ਐਂਡ ਤੇ ਲੱਗੇਗਾ। ਸੋ ਦਿਸ ਇਜ਼ 5', ਦਿਸ ਇਜ਼ 3', ਰਾਈਟ। ਸੋ ਹਮੇਸ਼ਾ ਪੁਰਾਣਾ ਸਟ੍ਰੈਂਡ ਰੀਡ ਹੁੰਦਾ ਫਰੋਮ 3 to 5 ਐਂਡ ਨਿਊ ਸਟ੍ਰੈਂਡ ਕਿੱਧਰ ਬੰਦਾ ਆਪਣੀ ਉਹਦੀ ਕਿਹੜੀ ਡਾਇਰੈਕਸ਼ਨ ਹੈ 5 to 3। ਸੋ ਫਿਰ ਇੱਥੇ ਕੀ ਹੋਏਗਾ, ਸਭ ਤੋਂ ਪਹਿਲਾਂ ਜਦੋਂ ਪ੍ਰਾਈਮਰ ਆ ਕੇ ਲੱਗੇ ਦਿਸ ਸਟੈਪ ਇਜ਼ ਕਾਲਡ ਐਜ਼ ਅਨੀਲਿੰਗ, ਠੀਕ ਹੈ ਜੀ। ਐਂਡ ਦਿਸ ਸਟੈਪ ਟੇਕਸ ਪਲੇਸ ਐਟ ਅਬਾਊਟ 40 to 60 degree Celsius temperature, about 40 to 60 degree Celsius temperature, right? याद रखना है primers are small sequence of RNA, ribonucleotides, not DNA, right? Next is extension or polymerization. Obviously ਹੁਣ primer ਲੱਗ ਗਏ, ਹੁਣ ਇਹਨਾਂ primer ਤੇ ਆ ਕੇ ਹੋਰ ਕੀ ਲੱਗਣੇ ਨੇ, deoxynucleotides। ਕੀ ਲੱਗਣੇ ਨੇ, deoxynucleotides, so that chain ਦੀ extension ਹੋ ਸਕੇ। and for that we need a enzyme DNA polymerase। ਬੇਟਾ ਕਿਉਂਕਿ ਇੱਥੇ ਜਿਹੜੀ DNA polymerase ਯੂਜ਼ ਹੋ ਰਹੀ ਹੈ ਉਹ ਇੱਕ ਬੈਕਟੀਰੀਆ ਤੋਂ ਲਈ ਗਈ ਜਿਹਦਾ ਨਾਮ ਟੈਕ-ਥਰਮਸ ਐਕੁਆਟਿਕਸ ਹੈ, ਦੈਟ ਇਜ਼ ਵਾਈ ਇਸ ਪੋਲੀਮਰੇਜ਼ ਦਾ ਨਾਮ ਵੀ ਟੈਕ ਪੋਲੀਮਰੇਜ਼ ਹੈ। DNA polymerase ਹੀ ਹੈ ਜਿਹਦਾ ਕੰਮ ਡੀਆਕਸੀ ਰਾਈਬੋਨਿਊਕਲੀਓਟਾਈਡਸ ਐਡ ਕਰਨਾ ਹੈ, ਬਟ ਕਿਉਂਕਿ ਇਹ ਥਰਮਸ ਐਕੁਆਟਿਕਸ ਤੋਂ ਲਈ ਗਈ ਦੈਟ ਇਜ਼ ਵਾਈ ਇਟਸ ਨੇਮ ਇਜ਼ ਟੈਕ ਪੋਲੀਮਰੇਜ਼। ਪਲੱਸ ਹੋਰ ਕੀ ਅਵੇਲੇਬਲ ਨੇ, ਡੀਆਕਸੀ ਨਿਊਕਲੀਓਟਾਈਡਸ, ਠੀਕ ਹੈ। ਪ੍ਰਾਈਮਰ ਦੇ ਮੂਵਮੈਂਟ ਸਟਾਰਟ ਹੋ ਗਈ ਹੈ। ਹੁਣ ਪ੍ਰਾਈਮਰ ਦੇ ਨਾਲ ਆ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਡੀਆਕਸੀ ਨਿਊਕਲੀਓਟਾਈਡ ਲੱਗੀ ਜਾਏਗਾ ਐਂਡ ਨਿਊ ਸਟ੍ਰੈਂਡਸ ਆਫ DNA ਜਿਹੜੇ ਫਾਰਮ ਹੋਈ ਜਾਣਗੇ। ਦਿਸ ਸਟੈਪ ਇਜ਼ ਕਾਲਡ ਐਜ਼ ਐਕਸਟੈਂਸ਼ਨ ਔਰ ਪੋਲੀਮਰਾਈਜੇਸ਼ਨ। ਅਬਾਊਟ ਦਿਸ ਸਟੈਪ ਟੇਕਸ ਪਲੇਸ ਐਟ ਅਬਾਊਟ 72 degree Celsius ਟੈਂਪਰੇਚਰ। ਸਭ ਤੋਂ ਜ਼ਿਆਦਾ ਇੱਥੇ ਹੁੰਦਾ। ਸੈਕਿੰਡ ਨੰਬਰ 'ਤੇ ਮਤਲਬ ਜਿਹੜਾ ਥਰਡ ਸਟੈਪ ਉਹ 'ਤੇ 72 ਹੈ, ਐਨੀਲਿੰਗ 'ਤੇ 40 to 60 degree Celsius ਟੈਂਪਰੇਚਰ ਹੈ, ਰਾਈਟ। ਸੋ ਜਦੋਂ ਕੰਪਲੀਟ ਫਰੈਗਮੈਂਟਸ ਬਣ ਜਾਂਦੀਆਂ ਨੇ ਬੇਟਾ
ਤਾਂ ਇਹ ਸਟੈਪ ਇਹ PCR ਕੰਪਲੀਟ ਹੋ ਜਾਂਦਾ, ਇੱਕ ਸਾਈਕਲ ਕੰਪਲੀਟ ਹੋ ਜਾਂਦਾ। ਤਿਵੇਂ ਅਗੇਨ ਨਵਾਂ ਸਾਈਕਲ ਸ਼ੁਰੂ ਹੋ ਜਾਂਦਾ, ਡੀਨੈਚੁਰੇਸ਼ਨ, ਅਲੀਨਿੰਗ, ਐਕਸਟੈਂਸ਼ਨ, ਫਿਰ ਦੁਬਾਰਾ ਨੈਕਸਟ ਸਾਈਕਲ ਸਟਾਰਟ। ਇੱਦਾਂ ਕਰਦੇ ਕਰਦੇ ਸਾਈਕਲਸ ਕੰਪਲੀਟ ਹੁੰਦੇ ਜਾਂਦੇ ਤਾਂ DNA ਦੀਆਂ ਕਾਪੀਜ਼ ਜਾਂ ਨਿਊ DNA ਬਣਦਾ ਜਾ ਰਿਹਾ, ਔਰ ਬਿਲੀਅਨਸ ਆਫ ਟਾਈਮਸ ਜਿਹੜਾ ਹੈ ਇਹ ਐਂਪਲੀਫਿਕੇਸ਼ਨ ਚਲਦੀ ਹੈ, ਨੰਬਰ ਆਫ ਕਾਪੀਜ਼ ਆਰ ਫॉर्म्ड। ਠੀਕ ਹੈ ਜੀ। ਸੋ ਇਹ ਚੀਜ਼ ਚਲਦੀ ਗਈ ਤੇ ਕਿੰਨੇ ਸਾਰੇ DNA ਫॉर्म ਹੋ ਗਏ ਬੇਟਾ। ਉਹਦੇ ਲਈ ਇੱਕ ਫਾਰਮੂਲਾ ਹੈ 2⁻n। n ਮੀਨਸ ਕਿੰਨੇ ਨੰਬਰ ਆਫ ਸਾਈਕਲ ਚੱਲੇ, 2 ਦੇ ਪਾਵਰ ਜੇ 30 ਟਾਈਮਸ ਚੱਲੇ ਤੇ 2 ਦੀ ਪਾਵਰ 30 ਟਾਈਮਸ ਕਰ ਲਓ। ਉਹਨੂੰ ਕੈਲਕੂਲੇਟ ਕਰਨ ਤੋਂ ਬਾਅਦ ਉਹਨੇ ਸਾਡੇ ਕੋਲ ਮੋਲੈਕਿਊਲਸ ਜਿਹੜੇ ਨੇ DNA ਦੇ ਉਹ ਫॉर्म ਹੋਣਗੇ। ਸੋ ਦਿਸ ਇਜ਼ ਪੋਲੀਮਰੇਜ਼ ਚੇਨ ਰਿਐਕਸ਼ਨ ਔਰ PCR, ਰਾਈਟ। ਉਸ ਤੋਂ ਬਾਅਦ ਵਾਟ ਆਰ ਦ ਵੇਰੀਅਸ ਐਪਲੀਕੇਸ਼ਨਸ ਆਫ PCR, ਰਾਈਟ। These are the various applications of PCR. Infectious diseases ਤੇ infectious organism ਨੂੰ find out ਕਰਨ ਦੇ ਲਈ, diagnose ਕਰਨ ਦੇ ਲਈ PCR यूज़ ਹੁੰਦੀ ਹੈ। mutations ਨੂੰ diagnose ਕਰਨ ਲਈ यूज़ ਹੁੰਦੀ ਹੈ। DNA fingerprinting ਚ PCR यूज़ ਹੁੰਦੀ। prenatal when the fetus is in the womb of the mother ਤਾਂ ਕੋਈ disease ਤਾਂ ਨਹੀਂ ਉਹ diagnose ਕਰਨ ਲਈ यूज़ ਹੁੰਦੀ। plant pathogen find out ਕਰਨ ਲਈ। paleontology fossils ਦੀ ਸਟੱਡੀ ਚ यूज़ ਹੁੰਦੀ ਹੈ। gene therapy ਉਹ ਅਸੀਂ ਨੈਕਸਟ ਚੈਪਟਰ ਦੇ ਵਿੱਚ ਬਾਇਓਟੈਕਨੋਲੋਜੀ ਸਟੱਡੀ ਕਰਾਂਗੇ। ਸੋ ਦੀਜ਼ ਆਰ ਦ ਵੇਰੀਅਸ ਐਪਲੀਕੇਸ਼ਨਸ ਆਫ PCR। ਓਕੇ, ਹੁਣ ਨੈਕਸਟ ਕੀ ਹੈ ਬੇਟਾ, ਜਿਹੜਾ ਤੁਹਾਡਾ ਰੀਕੌਂਬੀਨੈਂਟ DNA ਹੈ ਉਹਦੀਆਂ ਕਾਪੀਜ਼ ਬਣ ਗਈਆਂ, ਰਾਈਟ। ਠੀਕ ਹੈ ਜੀ। ਸੋ ਜਦੋਂ ਰੀਕੌਂਬੀਨੈਂਟ DNA ਦੀਆਂ ਕਾਪੀਜ਼ ਬਣ ਗਈਆਂ, ਵਾਟ ਇਜ਼ ਦ ਨੈਕਸਟ ਸਟੈਪ? ਰੀਕੌਂਬੀਨੈਂਟ DNA ਨੂੰ ਸਿਊਟੇਬਲ ਹੋਸਟ ਦੇ ਵਿੱਚ ਇੰਟਰੋਡਿਊਸ ਕਰਵਾਉਣਾ ਹੈ। ਠੀਕ ਹੈ ਜੀ। ਸੋ ਵੈਕਟਰ DNA ਪਲੱਸ ਫੋਰਨ DNA ਜਿਹਦੇ 'ਚ ਜੀਨ ਆਫ ਇੰਟਰਸਟ ਹੈ, ਉਹਨੂੰ ਸੇਮ ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ, ਉਹਨਾਂ ਨੂੰ ਸੇਮ ਰਿਸਟ੍ਰਿਕਸ਼ਨ ਐਂਜ਼ਾਈਮ ਨਾਲ ਕੱਟ ਲਗਾਇਆ ਜਾਂਦਾ ਹੈ, ਦੋਨਾਂ ਨੂੰ ਜੋੜਿਆ ਜਾਂਦਾ ਹੈ ਵਿਦ ਦਾ ਹੈਲਪ ਆਫ ਐਂਜ਼ਾਈਮ DNA ਲਾਈਗੇਜ਼। ਸੋ ਅਸੀਂ ਆਲਰੇਡੀ ਕਰ ਚੁੱਕੇ ਹਾਂ। ਹੁਣ ਜਦੋਂ ਅਸੀਂ ਇਹਨੂੰ ਹੋਸਟ ਵਿੱਚ ਇੰਟਰੋਡਿਊਸ ਕਰਾਉਣਾ ਬੇਟਾ, ਉਹਦੇ ਡਾਇਰੈਕਟ ਮੈਥਡ ਵੀ ਨੇ ਤੇ ਇਨਡਾਇਰੈਕਟ ਵੀ। ਅਸੀਂ ਕੱਲ੍ਹ ਹੀ ਇਸ ਲਾਸਟ ਸੈਸ਼ਨ ਦੇ ਵਿੱਚ ਡਿਸਕਸ ਕੀਤਾ ਸੀ ਕਿਵੇਂ ਜਿਹੜਾ ਫੋਰਨ DNA ਉਹਨੂੰ ਹੋਸਟ ਦੇ ਵਿੱਚ ਇੰਟਰੋਡਿਊਸ ਕਰਾਇਆ ਜਾਂਦਾ। ਵੈਕਟਰ ਨਾਲ ਵੀ ਕਰਾਇਆ ਜਾਂਦਾ, ਵੈਕਟਰ ਲੈਸ ਮੈਥਡਸ ਵੀ ਅਸੀਂ ਪੜ੍ਹੇ ਸੀ, ਜਿਵੇਂ ਅਸੀਂ ਜੀਨ ਗਨ ਮੈਥਡ ਪੜ੍ਹਿਆ, ਇਲੈਕਟ੍ਰੋਪੋਰੇਸ਼ਨ ਮੈਥਡ ਪੜ੍ਹਿਆ, ਰਾਈਟ। ਸੋ ਮਾਈਕਰੋਪਿਪੇਟ ਦੇ ਨਾਲ ਅਸੀਂ ਇੰਟਰੋਡਿਊਸ ਕਰਵਾਉਂਦੇ। ਸੋ ਡਿਫਰੈਂਟ ਮੈਥਡਸ ਅਸੀਂ ਪੜ੍ਹ ਚੁੱਕੇ ਹਾਂ ਵੈਕਟਰ ਲੈਸ ਮੈਥਡ। ਸੋ ਹੋਸਟ ਦੇ ਵਿੱਚ ਅਸੀਂ ਕੀ ਇੰਟਰੋਡਿਊਸ ਕਰਵਾਉਣਾ ਹੈ? ਫੋਰਨ DNA, ਰਾਈਟ। ਸੋ ਹੋਸਟ ਦੇ ਵਿੱਚ ਟਰਾਂਸਫਰਮੇਸ਼ਨ ਹੋਈ ਕਿ ਨਹੀਂ ਹੋਈ, ਉਹਨੂੰ ਅਸੀਂ ਚੈੱਕ ਕਰਦੇ ਵਿਦ ਦਾ ਹੈਲਪ ਆਫ ਸਿਲੈਕਟੇਬਲ ਮਾਰਕਰਸ। ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ ਵੀ। ਓਕੇ, ਹੁਣ ਬੇਟਾ ਜਦੋਂ ਹੋਸਟ ਦੇ ਵਿੱਚੋਂ ਫੋਰਨ DNA ਚਲਾ ਗਿਆ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਪੋਜ਼ ਲੈਟ ਅਸ ਸਪੋਜ਼ ਅਸੀਂ ਐਸਕੈਰੇਸ਼ੀਆ ਕੋਲਾਈ ਨੂੰ ਐਜ਼ ਅ ਹੋਸਟ ਲਿਆ, ਉਹਦੇ ਵਿੱਚ ਰੀਕੌਂਬੀਨੈਂਟ DNA ਐਂਟਰ ਕਰ ਗਿਆ, ਰਾਈਟ। ਸੋ ਰੀਕੌਂਬੀਨੈਂਟ DNA ਉੱਥੇ ਜਾ ਕੇ ਹੋਸਟ ਦੇ DNA ਦਾ ਪਾਰਟ ਵੀ ਬਣ ਸਕਦਾ ਤੇ ਸੈਪਰੇਟ ਵੀ ਰਹਿ ਸਕਦਾ ਐਂਡ ਇਟ ਸਟਾਰਟਸ ਐਕਸਪ੍ਰੈਸਿੰਗ। ਐਕਸਪ੍ਰੈਸ਼ਨ ਦਾ ਮਤਲਬ ਕੀ ਹੁੰਦਾ? ਪ੍ਰੋਡਕਟ ਬਣਾਉਣਾ, ਟਰਾਂਸਕ੍ਰਿਪਸ਼ਨ, ਟਰਾਂਸਲੇਸ਼ਨ। ਸੋ ਉਹ ਰੀਕੌਂਬੀਨੈਂਟ DNA ਹੋਸਟ ਦੇ ਅੰਦਰ ਜਾ ਕੇ ਕੀ ਬਣਾਏਗਾ? ਪ੍ਰੋਡਕਟ ਬਣਾਉਣਾ ਸਟਾਰਟ ਕਰੇਗਾ, ਰਾਈਟ। ਐਂਡ ਉੱਥੇ ਜਿਹੜਾ ਪ੍ਰੋਡਕਟ ਬਣੇਗਾ ਜਾਂ ਪ੍ਰੋਟੀਨ ਬਣੇਗਾ, ਅਸੀਂ ਇਹਨੂੰ ਰੀਕੌਂਬੀਨੈਂਟ ਪ੍ਰੋਟੀਨ ਕਹਾਂਗੇ ਕਿਉਂਕਿ ਉਹ ਰੀਕੌਂਬੀਨੈਂਟ DNA ਐਂਟਰ ਕਰਨ ਤੋਂ ਬਾਅਦ ਬਣਿਆ ਸੀ। ਫਿਰ ਬੇਟਾ ਅਸੀਂ ਕੀ ਕਰਦੇ ਹਾਂ, ਇਹ ਤਾਂ ਹੋ ਗਿਆ ਸਾਡੇ ਕੋਲ ਕਿ ਅਸੀਂ ਪ੍ਰੋਡਕਟ ਕਿਸ ਤਰੀਕੇ ਨਾਲ ਪ੍ਰੋਡਕਟ ਬਣੇ ਇਨ ਦ ਲੈਬ। ਅਗਰ ਇਹੀ ਪ੍ਰੋਡਕਸ਼ਨ ਤੁਸੀਂ ਲਾਰਜ ਸਕੇਲ 'ਤੇ ਕਰਨੀ ਹੈ ਤਾਂ ਦੈਟ ਕੈਨ ਬੀ ਡਨ ਇਨ ਬਾਇਓ ਰਿਐਕਟਰਸ ਔਰ ਫਰਮੈਂਟਰਸ। ਸੋ ਆਪਣੀ ਲਾਸਟ ਜਿਹੜਾ ਕਮਿੰਗ ਸੈਸ਼ਨ ਹੋਏਗਾ ਅਸੀਂ ਉਹਦੇ ਵਿੱਚ ਬਾਇਓ ਰਿਐਕਟਰਸ ਅਤੇ ਡਾਊਨ ਸਟਰੀਮ ਪ੍ਰੋਸੈਸਿੰਗ ਨੂੰ ਇਨ ਡੀਟੇਲਸ ਪੜ੍ਹਾਂਗੇ। ਟਿਲ ਟੂਡੇ ਅਸੀਂ ਇੱਕ ਡਾਇਗਰਾਮ ਦੇਖਦੇ ਹਾਂ, ਅਸੀਂ ਕਿੱਥੋਂ ਤੱਕ ਰੀਕੌਂਬੀਨੈਂਟ DNA ਟੈਕਨੋਲੋਜੀ ਪੜ੍ਹ ਲਈ। ਦਿਸ ਇਜ਼ ਦਾ ਡੋਨਰ ਸੈੱਲ ਜਿਹਦਾ ਅਸੀਂ DNA ਲੈਣਾ ਹੈ। ਡੋਨਰ ਸੈੱਲ ਹੈ, ਅਸੀਂ ਉਹਦਾ DNA ਲੈ ਲਿਆ। DNA ਨੂੰ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਨਾਲ ਕੱਟ ਕਰਤਾ। ਦਿਸ ਇਜ਼ ਦਾ ਬੈਕਟੀਰੀਅਲ ਸੈੱਲ ਜਿਹਦਾ ਪਲਾਜ਼ਮਿਡ ਅਸੀਂ ਐਜ਼ ਅ ਵੈਕਟਰ ਯੂਜ਼ ਕਰਨਾ ਹੈ। ਸੋ ਦਿਸ ਇਜ਼ ਦਾ ਵੈਕਟਰ ਨੂੰ ਸੇਮ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਨਾਲ ਕੱਟ ਲਗਾਇਆ ਗਿਆ ਜਿਸ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਨਾਲ ਫੋਰਨ DNA ਨੂੰ ਕੱਟ ਲਾਇਆ ਗਿਆ। ਸਟਿਕੀ ਐਂਡਸ ਡਿਵੈਲਪ ਕਰ ਗਏ। ਸਟਿਕੀ ਐਂਡਸ ਬਣਨ ਦੇ ਨਾਲ ਹੋਸਟ ਵੈਕਟਰ ਪਲੱਸ ਫੋਰਨ DNA ਦੋਨੋਂ ਜੁੜ ਗਏ, ਫਾਰਮੇਸ਼ਨ ਹੋ ਗਈ DNA ਲਾਈਗੇਜ਼ ਦੀ ਮਦਦ ਨਾਲ ਰੀਕੌਂਬੀਨੈਂਟ DNA ਬਣ ਗਿਆ। ਹੁਣ ਰੀਕੌਂਬੀਨੈਂਟ DNA ਨੂੰ ਅਸੀਂ ਸੇਮ ਬੈਕਟੀਰੀਅਲ ਸੈੱਲ 'ਚ ਐਂਟਰ ਕਰਾਇਆ ਜਿਹਦੇ ਤੋਂ ਆਪਾਂ ਪਲਾਜ਼ਮਿਡ ਲਿਆ ਸੀ, ਕਿਉਂਕਿ ਹੁਣ ਪਲਾਜ਼ਮਿਡ ਤਾਂ ਨਿਕਲ ਚੁੱਕਾ ਨਾ। ਹੁਣ ਆਪਾਂ ਰੀਕੌਂਬੀਨੈਂਟ ਪਲਾਜ਼ਮਿਡ ਸਮਝ ਲਓ ਇਹ 'ਚ ਇੰਟਰੋਡਿਊਸ ਕਰਾ ਲਿਆ। ਦੇਖੋ ਬੈਕਟੀਰੀਆ ਦੇ ਅੰਦਰ ਜਾ ਕੇ ਰੀਕੌਂਬੀਨੈਂਟ DNA ਦੀ ਪਹਿਲਾਂ ਕਾਪੀਜ਼ ਬਣੀਆਂ ਕਿੰਨੀਆਂ ਸਾਰੀਆਂ,
ਕਾਪੀਜ਼ ਨੇ ਫਿਰ ਲੇਟਰ ਔਨ DNA ਨੇ ਆਪਣੇ ਆਪ ਨੂੰ ਐਕਸਪ੍ਰੈਸ ਕਰਾਇਆ, ਰੀਕੌਂਬੀਨੈਂਟ ਪ੍ਰੋਟੀਨ ਪ੍ਰੋਡਕਟ ਬਣੇ। ਪ੍ਰੋਡਕਟ ਨੂੰ ਫਿਰ ਅਸੀਂ ਐਕਸਟਰੈਕਟ ਕਰਨਾ ਬਾਏ ਡਾਊਨ ਸਟਰੀਮਿੰਗ। ਸੋ ਆਪਣੀ ਨੈਕਸਟ ਵੀਡੀਓ ਦੇ ਵਿੱਚ we will discuss what is downstreaming and bioreactors in detail.